ਬਹੁਤ ਪੁਰਾਣਾ ਵਾਕਿਆ ਮੈਂ ਤੁਹਾਨੂੰ ਸੁਣਾ ਰਿਹਾ। ਕਿਸੇ ਸਲਤਨਤ ਵਿੱਚ ਇੱਕ ਬਾਦਸ਼ਾਹ ਸੀ, ਨੌਜਵਾਨ ਸੀ ਤੇ ਉਹਦਾ ਇੱਕ ਦੋਸਤ ਸੀ ਹਕੀਮ। ਦੋਨੋਂ ਬੜੇ ਹੀ ਗਹਿਰੇ ਦੋਸਤ ਸਨ, ਯਾਨੀ ਕਿ ਦਿਨ ਰਾਤ ਇਕੱਠੇ ਹੀ ਹੋ ਰਹਿੰਦੇ। ਬਾਦਸ਼ਾਹ ਉਸ ਹਕੀਮ ਦੀ ਇਤਨੀ ਗੱਲ ਮੰਨਦਾ ਸੀ ਕਿ ਕੋਈ ਵੀ ਕੰਮ, ਕੋਈ ਵੀ ਮਸਲਾ ਮਸਾਇਲ ਹੋਵੇ, ਬਗੈਰ ਹਕੀਮ ਸਾਹਿਬ ਦੇ ਪੁੱਛੋਂ ਤੋਂ ਨਹੀਂ ਸੀ ਕਰਦਾ। ਜਿੱਥੇ ਸ਼ਿਕਾਰ ਤੇ ਜਾਣਾ, ਸਫ਼ਰ ਤੇ ਜਾਣਾ, ਜੋ ਵੀ ਕਰਨਾ, ਹਕੀਮ ਸਾਹਿਬ ਉਹਦੇ ਨਾਲ ਹੀ ਹੁੰਦੇ ਸਨ। ਇੱਕ ਦਫਾ ਇਸ ਤਰ੍ਹਾਂ ਹੋਇਆ ਕਿ ਹਕੀਮ ਸਾਹਿਬ ਨੂੰ ਆਪਣੇ ਕਿਸੇ ਜ਼ਾਤੀ ਕੰਮ ਵਾਸਤੇ ਮੁਲਕ ਤੋਂ ਕੁਝ ਦਿਨਾਂ ਵਾਸਤੇ ਬਾਹਰ ਜਾਣਾ ਪੈ ਗਿਆ। ਹਕੀਮ ਸਾਹਿਬ ਉੱਥੇ ਚਲੇ ਗਏ। ਬਾਦਸ਼ਾਹ ਸਲਾਮਤ ਘਰ ਹੀ ਸਨ ਸਲਤਨਤ ਆਪਣੇ 'ਚ। ਉਹ 2-4 ਦਿਨ ਇੰਤਜ਼ਾਰ ਕੀਤਾ। ਬਾਦਸ਼ਾਹ ਤੰਗ ਆ ਗਿਆ, ਇਕੱਲਾ ਮਸ਼ਵਰੇ ਵਾਲਾ ਬੰਦਾ ਕੋਈ ਨਹੀਂ ਸੀ, ਯਾਰ ਕੋਈ ਨਹੀਂ ਸੀ ਇੱਥੇ। ਬਾਦਸ਼ਾਹ ਦਾ ਵੀ ਚਲੋ ਸ਼ਿਕਾਰ ਤੇ ਚੱਲੀਏ। ਆਪਣੇ ਸਿਪਾਹੀਆਂ ਨੂੰ ਆਖਿਆ ਵੀ ਕੱਲ ਅਸੀਂ ਸ਼ਿਕਾਰ ਤੇ ਜਾਣਾ। ਅੱਗੇ ਬਾਦਸ਼ਾਹ ਸ਼ਿਕਾਰ ਤੇ ਕਦੀ ਵੀ ਇਕੱਲਾ ਨਹੀਂ ਸੀ ਜਾਂਦਾ, ਹਕੀਮ ਸਾਹਿਬ ਉਹਦੇ ਨਾਲ ਹੀ ਹੁੰਦੇ ਸਨ। ਉਸ ਦਫਾ ਉਹਨੇ ਪ੍ਰੋਗਰਾਮ ਇਕੱਲੇ ਹੀ ਬਣਾ ਲਿਆ। ਦੂਸਰੇ ਦਿਨ ਜੀ ਉਹ ਸ਼ਿਕਾਰ ਤੇ ਚਲਾ ਗਿਆ। ਸ਼ਿਕਾਰ ਖੇਡਦਿਆਂ ਖੇਡਦਿਆਂ ਕਾਫੀ ਜੰਗਲ 'ਚ ਅੱਗੇ ਚਲੇ ਗਏ ਤੇ ਉੱਥੇ ਉਹਨਾਂ 2-3 ਹਰਨ ਨਜ਼ਰ ਆਏ। ਸਿਪਾਹੀ ਉਹ ਤੇ ਇੱਕ ਹਰਨ ਮਗਰ ਦੌੜ ਪਏ। ਬਾਦਸ਼ਾਹ ਸਲਾਮਤ ਇੱਕ ਹਰਨ ਮਗਰ ਦੌੜ ਗਿਆ। ਬਾਦਸ਼ਾਹ ਇਕੱਲਾ ਇੱਕ ਹਰਨ ਦੇ ਮਗਰ ਮਗਰ ਦੌੜਦਾ ਨਾ ਜੰਗਲ 'ਚ ਕਾਫੀ ਦੂਰ ਨਿਕਲ ਗਿਆ, ਆਪਣੇ ਸਾਥੀਆਂ ਤੋਂ ਵੀ ਵਿਛੜ ਗਿਆ ਤੇ ਹਰਨ ਵੀ ਉਹਦੇ ਕੋਲ ਕਾਬੂ ਕੋਈ ਨਾ ਆਇਆ। ਇੱਕ ਜਗ੍ਹਾ ਤੇ ਆ ਕੇ ਨਾ ਹਰਨ ਗਾਇਬ ਹੋ ਗਿਆ, ਨਜ਼ਰ ਨਾ ਆਵੇ। ਤਾਂ ਬਾਦਸ਼ਾਹ ਘੋੜਾ ਖਲਵਾ ਕੇ ਨਾ ਤੇ ਹਰਨ ਨੂੰ ਵੇਖਣ ਲੱਗ ਪਿਆ ਵੀ ਕਿੱਧਰ ਗਿਆ। ਇੰਨੀ ਦੇਰ ਨੂੰ ਬਾਦਸ਼ਾਹ ਦੀ ਨਜ਼ਰ ਪਈ ਤੇ ਜੰਗਲ ਦੇ ਵਿੱਚੋਂ ਦੀ ਨਾ ਇੱਕ ਸ਼ੱਕ ਪਿਆ ਬਾਦਸ਼ਾਹ ਨੂੰ ਵੀ ਕੋਈ ਔਰਤ ਦੌੜਦੀ ਆਉਂਦੀ ਹੈ। ਬਾਦਸ਼ਾਹ ਖਲੋ ਗਿਆ, ਵੇਖਣ ਲੱਗ ਪਿਆ ਵੀ ਇਹ ਸੁਨਸਾਨ ਜੰਗਲ 'ਚ ਕੌਣ ਹੈ। ਉਹ ਪੈਦਲ ਹੀ ਸੀ ਔਰਤ, ਦੌੜਦੀ ਦੌੜਦੀ ਜਿਸ ਟਾਈਮ ਬਾਦਸ਼ਾਹ ਸਲਾਮਤ ਦੇ ਕੋਲ ਪਹੁੰਚੀ ਤੇ ਖਲੋ ਗਈ। ਬਾਦਸ਼ਾਹ ਨੇ ਦੇਖਿਆ ਉਹ ਤਾਂ ਬੜੀ ਹਸੀਨੋ ਜਮੀਲ ਔਰਤ ਸੀ, ਯੰਗ ਸੀ। ਬਾਦਸ਼ਾਹ ਨੂੰ ਪੁੱਛਦਾ ਵੀ ਹਾਂ ਕੌਣ ਹੈ ਤੂੰ ਤੇ ਤੇਰੇ ਕੀ ਮਸਲਾ, ਇੱਥੇ ਕਿਉਂ ਦੌੜ ਰਹੀ ਹੈ। ਉਹਨੇ ਆਖਿਆ ਤੁਸੀਂ ਜੋ ਵੀ ਹੈ ਉਹ ਨਾ, ਮੇਰੀ ਇੱਕ ਵਾਰੀ ਜਾਨ ਬਚਾਓ ਤੇ ਫਿਰ ਤੁਹਾਨੂੰ ਮੈਂ ਗੱਲ ਦੱਸਦੀ ਹਾਂ। ਉਹਨੇ ਆਖਿਆ ਕੋਈ ਨਹੀਂ, ਮੈਂ ਇੱਥੇ ਆਵਾਂ, ਤੂੰ ਗੱਲ ਦੱਸ। ਉਹਨੇ ਆਖਿਆ ਉਹ ਕਦੀ ਪਿੱਛੋਂ ਵੇਖਿਆ, ਕਦੀ ਡਰੇ ਜਿਵੇਂ ਕੋਈ ਬੰਦਾ ਉਹਦੇ ਪਿੱਛੇ ਲੱਗਿਆ। ਉਹ ਆਂਦੀ ਜੀ ਵੀ ਮੈਂ ਫਲਾਣੀ ਸਲਤਨਤ ਦੀ ਸ਼ਹਿਜ਼ਾਦੀ ਹਾਂ ਤੇ ਮੈਂ ਸ਼ਿਕਾਰ ਤੇ ਨਿਕਲੀ ਸਾਂ ਤੇ ਮੈਨੂੰ ਕੁਝ ਨਾਮਾਲੂਮ ਬੰਦੇ ਚੁੱਕ ਕੇ ਨਾ ਤੇ ਲੈ ਗਏ ਨੇ ਤੇ ਉਹਨਾਂ ਨੂੰ ਦਾਤ ਦੂਕਾ ਲਾ ਕੇ ਨਾ ਤੇ ਮੈਂ ਉੱਥੋਂ ਆਈਆਂ ਨੱਸ। ਹੁਣ ਮੈਨੂੰ ਨਹੀਂ ਪਤਾ ਕਿ ਵੀ ਮੇਰਾ ਮੁਲਕ ਕਿਹੜਾ ਹੈ ਤੇ ਜੰਗਲ ਕਿਹੜਾ ਹੈ। ਮੈਂ ਲਿਆਦਾ ਤੁਸੀਂ ਨਜ਼ਰ ਆਏ ਹੋ ਤੇ ਮੈਂ ਤੁਹਾਡੇ ਕੋਲ ਆ ਗਈ ਹਾਂ। ਬਾਦਸ਼ਾਹ ਦਾ ਕੋਈ ਨਹੀਂ ਗੱਲ, ਤੈਨੂੰ ਆਪਣੇ ਮੁਲਕ ਛੱਡੋ। ਉਸ ਆਖਿਆ ਮੈਂ ਹੁਣ ਵਾਪਸ ਨਹੀਂ ਜਾਣਾ, ਮੇਰੀ ਬਦਨਾਮੀ ਹੋ ਜਾਣੀ। ਉਹ ਸਮਝਣੇ ਮਰ ਖੱਪ ਗਈ ਤੇ ਲਿਹਾਜ਼ਾ ਤੁਸੀਂ ਮੈਨੂੰ ਆਪਣੇ ਨਾਲ ਲੈ ਜਾਓ। ਬਾਦਸ਼ਾਹ ਕੁੰਵਾਰਾ ਸੀ। ਬਾਦਸ਼ਾਹ ਕਹੇ ਮੇਰੇ ਨਾਲ ਸ਼ਾਦੀ ਕਰਾਂ ਦੀ। ਉਹਨੇ ਆਖਿਆ ਜੀ ਤੁਸੀਂ ਕਰੋ ਤਾਂ ਮੈਂ ਕਰ ਲਾਂਗਾ। ਬਾਦਸ਼ਾਹ ਬੜਾ ਖੁਸ਼ ਹੋਇਆ, ਇਤਨੀ ਖੂਬਸੂਰਤ ਔਰਤ ਲੱਭ ਗਈ, ਉਹ ਵੀ ਬਾਦਸ਼ਾਹਜ਼ਾਦੀ ਹੈ। ਬਾਦਸ਼ਾਹ ਸਲਾਮਤ ਉਹਨੂੰ ਆਪਣੇ ਸਿਪਾਹੀਆਂ ਦੇ ਨਾਲ ਘਰ ਲੈ ਆਏ। ਘਰ ਲਿਆ ਕੇ ਦਿਹਾੜੇ 1-2 ਦਿਨ ਗੁਜ਼ਰਿਆ ਤੇ ਬਾਦਸ਼ਾਹ ਸਲਾਮਤ ਆਖਿਆ ਜੀ ਪਰਸੋਂ ਨਾ ਮੇਰਾ ਤੇ ਦਾ ਨਿਕਾਹ ਹੋਵੇਗਾ। ਹਕੀਮ ਸਾਹਿਬ ਇਹ ਵਾਪਸ ਹੀ ਨਹੀਂ ਆਏ। ਲਓ ਜੀ ਪਰਸੋਂ ਬਾਦਸ਼ਾਹ ਸਲਾਮਤ ਦਾਵਤ ਕੀਤੀ ਸਾਰੇ ਇਲਾਕੇ ਦੀ ਤੇ ਨਿਕਾਹ ਕਰ ਲਿਆ। ਨਿਕਾਹ ਤੋਂ ਚੌਥੇ ਦਿਨ ਬਾਅਦ ਹਕੀਮ ਸਾਹਿਬ ਵੀ ਆ ਗਏ। ਹਕੀਮ ਸਾਹਿਬ ਜਦੋਂ ਘਰ ਆਏ ਤਾਂ ਘਰੋਂ ਹੋ ਕੇ ਸਿੱਧੇ ਬਾਦਸ਼ਾਹ ਸਲਾਮਤ ਕੋਲ ਚਲੇ ਗਏ। ਬਾਦਸ਼ਾਹ ਸਲਾਮਤ ਬਾਹਰ ਆਏ ਕਿ ਮਿਲੇ। ਜਿਸ ਤਰ੍ਹਾਂ ਹਕੀਮ ਸਾਹਿਬ ਨੇ ਵੇਖਿਆ ਨਾ ਬਾਦਸ਼ਾਹ ਸਾਹਿਬ ਦੀ ਪਛਾਣੀ ਤੇ ਸਹੀ ਤਰ੍ਹਾਂ ਤੇ ਹਕੀਮ ਸਾਹਿਬ ਪਰੇਸ਼ਾਨ ਹੋ ਗਏ। ਬਾਦਸ਼ਾਹ ਦਾ ਵੀ ਯਾਰ ਕੀ ਗੱਲ ਹੈ। ਉਹਨੇ ਆਖਿਆ ਯਾਰ ਗੱਲ ਬੜੀ ਖਾਸ ਹੈ, ਤੂੰ ਬੜੀ ਵੱਡੀ ਮੁਸ਼ਕਿਲ 'ਚ ਫਸ ਗਿਆ, ਮੈਨੂੰ ਪੈ ਨਜ਼ਰ ਆਉਂਦਾ ਹੈ। ਕੀ ਮਸਲਾ। ਉਹਨੇ ਆਖਿਆ ਯਾਰ ਮੈਂ ਤੇ ਸ਼ਾਦੀ ਕਰ ਲਈ। ਉਸ ਆਖਿਆ ਓਏ ਹੋਏ ਇਹ ਤੂੰ ਸਭ ਤੋਂ ਵੱਡਾ ਜ਼ੁਲਮ ਕੀਤਾ, ਕੌਣ ਹੀ ਹੋ ਤੇ ਕਿੱਥੇ ਹੀ ਹੋ। ਉਹਨੇ ਆਖਿਆ ਜਿਸ ਤਰ੍ਹਾਂ। ਉਹਨੇ ਆਖਿਆ ਵੀ ਉਹੀ ਤਾਂ ਮੈਨੂੰ ਨਜ਼ਰ ਪਿਆ ਹੁੰਦਾ ਕਿ ਸਰਕਾਰ ਤੁਸੀਂ ਬੜੀ ਵੱਡੀ ਮੁਸੀਬਤ 'ਚ ਫਸ ਗਏ ਹੋ। ਉਹਨੇ ਆਖਿਆ ਨਹੀਂ ਯਾਰ ਬਾਦਸ਼ਾਹ ਆਪਣਾ ਹਕੀਮ ਇਸ ਤਰ੍ਹਾਂ ਨਾ ਕਰ, ਉਹ ਬੜੀ ਅੱਛੀ ਔਰਤ ਹੈ ਤੇ ਇਸ ਤਰ੍ਹਾਂ ਉਸ ਜੰਗਲ 'ਚ ਮੈਨੂੰ ਮਿਲੀ, ਉਹ ਵਾਪਸ ਨਹੀਂ ਜਾਣਾ ਚਾਹੁੰਦੀ ਤੇ ਲਿਆਦਾ ਮੈਂ ਉਹਦੇ ਨਾਲ ਸ਼ਾਦੀ ਕਰ ਲਈ ਹੈ, ਤੂੰ ਮੈਨੂੰ ਪਰੇਸ਼ਾਨ ਨਾ ਕਰੋ। ਉਸ ਆਖਿਆ ਬੜੀ ਵੱਡੀ ਬਲਾ ਉਹ, ਮੇਰੀ ਗੱਲ ਸਮਝ ਤੇ ਤੈਨੂੰ ਉਹ ਲੈ ਸਿਰ ਜਾਏਗੀ। ਬਾਦਸ਼ਾਹ ਪਰੇਸ਼ਾਨ ਹੋ ਗਿਆ। ਉਹਨੇ ਹਕੀਮ ਦੀ ਗੱਲ ਕਦੀ ਝੂਠ ਨਹੀਂ ਹੋਈ ਤੇ ਕੀ ਆਂਦਾ ਪਿਆ। ਬਹਰਹਾਲ ਬਾਦਸ਼ਾਹ ਨੂੰ ਯਕੀਨ ਕੋਈ ਨਾ ਆਵੇ। ਉਹਨੇ ਕਿਹਾ ਕਿਤੇ ਤੂੰ ਮੇਰੇ ਬਗੈਰ ਪੁੱਛਣ ਤੂੰ ਸ਼ਿਕਾਰ ਤੇ ਗਿਆ, ਮੈਨੂੰ ਨਾਲ ਨਹੀਂ ਖੜਿਆ। ਦੂਸਰਾ ਬਗੈਰ ਮੇਰੇ ਪੁੱਛਣ ਤੂੰ ਵਿਆਹ ਵੀ ਕਰ ਲਿਆ, ਕਮ ਸੇ ਕਮ ਮੇਰਾ ਇੰਤਜ਼ਾਰ ਤੇ ਕਰ ਲੈ। ਉਹਨੇ ਆਖਿਆ ਜੋ ਹੋਣਾ ਸੀ ਹੋ ਗਿਆ। ਉਹਨੇ ਆਖਿਆ ਹੁਣ ਫਿਰ। ਉਹਨੇ ਆਖਿਆ ਹੁਣ ਤਾਂ ਚੈੱਕ ਕਰ ਲਿਆ, ਉਹਨੂੰ ਤਜਰਬਾ ਕਰ ਲੈ, ਤੂੰ ਨਹੀਂ ਮੰਨਦਾ ਤੇ ਮੈਂ ਜਿਹਦਾ ਨਾਲ ਬਹੁਤ ਵੱਡੀ ਬਲਾ ਆਇਓ। ਉਹਨੇ ਆਖਿਆ ਜੀ ਠੀਕ ਹੈ।
ਹਕੀਮ ਸਾਹਿਬ ਘਰ ਚਲੇ ਗਏ। ਬਾਦਸ਼ਾਹ ਸਲਾਮਤ ਆਪਣੇ ਵਜ਼ੀਰ ਵਜ਼ੂਰ ਸਾਰੇ ਇਕੱਠੇ ਕੀਤੇ। ਉਹਨਾਂ ਆਖਿਆ ਗੱਲ ਹੈ ਕਿ ਅੱਜ ਰਾਤੀ ਸਾਡੇ ਪੂਰੇ ਮੁਹੱਲੇ ਦੇ ਵਿੱਚ ਪਾਣੀ ਦਾ ਇੱਕ ਕਤਰਾ ਨਹੀਂ ਹੋਣਾ ਚਾਹੀਦਾ। ਕਿਸੇ ਖੂਹ 'ਚ, ਕਿਸੇ ਜੱਗ ਗਲਾਸ 'ਚ, ਕਿਸੇ ਮਟਕੇ 'ਚ ਪਾਣੀ ਨਾ ਹੋਵੇ ਪੂਰੇ ਮੁਹੱਲੇ ਦੇ ਅੰਦਰ। ਉਹਨਾਂ ਆਖਿਆ ਜੀ ਠੀਕ। ਲਓ ਜੀ, ਬਾਦਸ਼ਾਹ ਸਲਾਮਤ ਆਖਰੀ ਮੰਜ਼ਲ 'ਤੇ ਨਾ ਮੁਹੱਲੇ ਦੇ ਉੱਤੇ ਸੁੱਤੇ ਹਨ ਆਪਣੀ ਬੇਗਮ ਦੇ ਨਾਲ। ਅੱਧੀ ਰਾਤ ਜਿਸ ਟਾਈਮ ਦਾ ਟਾਈਮ ਹੋਇਆ ਨਾ, ਤੇ ਬਾਦਸ਼ਾਹ ਉੱਠਿਆ ਤੇ ਆਪਣੀ ਬੇਗਮ ਨੂੰ ਉਠਾਇਆ ਤੇ ਉਹਨੂੰ ਆਂਦਾ ਵੀ ਮੈਨੂੰ ਪਿਆਸ ਲੱਗੀ, ਪਾਣੀ ਪਿਆ। ਉਹਨੇ ਕਮਰੇ 'ਚ ਜਿਹੜਾ ਉਹ ਬਾਦਸ਼ਾਹ ਵਾਲੇ ਜੱਗ ਰੱਖਿਆ ਹੁੰਦਾ ਸੁਰਾਏ ਜੀ, ਉਹ ਵੇਖੀ ਉਹ ਖਾਲੀ। ਉਹ ਨਾਲ ਵਾਲੇ ਕਮਰੇ 'ਚ ਗਈ, ਉੱਥੇ ਵੀ ਪਾਣੀ ਕੋਈ ਨਾ। ਵਾਪਸ ਆਈ ਜਾਂਦੀ ਬਾਦਸ਼ਾਹ ਸਲਾਮਤ, ਇੱਥੇ ਵੀ ਪਾਣੀ ਕੋਈ ਨਹੀਂ, ਨਾਲ ਵਾਲੇ ਕਮਰੇ 'ਚ ਵੀ ਪਾਣੀ ਕੋਈ ਨਹੀਂ। ਬਾਦਸ਼ਾਹ ਨੇ ਮੈਨੂੰ ਨਹੀਂ ਪਤਾ, ਮੈਂ ਮਰਦਾ ਹਾਂ, ਮੈਨੂੰ ਤਾਂ ਬੜੀ ਸਖਤ ਪਿਆਸ ਲੱਗੀ, ਪਾਣੀ ਲਿਆ ਜਲਦੀ। ਉਹਨੇ ਕਿਹਾ ਅੱਛਾ ਜੀ। ਉਹ ਫਿਰ ਨਿਕਲੀ, ਉਹ ਥੱਲੇ ਲੱਥੀ, ਉਸ ਕਮਰੇ 'ਚ ਵੇਖ, ਖੂਹ 'ਚ ਵੇਖ, ਇੱਧਰ ਵੇਖ, ਯਾਨੀ ਕਿ ਪੂਰਾ ਮੁਹੱਲਾ ਉਸ ਫਿਰਿਆ, ਉਹਨੂੰ ਪਾਣੀ ਕੋਈ ਨਾ ਲੱਭਾ। ਫਿਰ ਵਾਪਸ ਆ ਗਈ। ਆ ਕਹਿੰਦੀ ਬਾਦਸ਼ਾਹ ਸਲਾਮਤ ਕਿ ਪੂਰੇ ਮੁਹੱਲੇ 'ਚ ਪਾਣੀ ਨਹੀਂ, ਬੜੀ ਅਜੀਬ ਗੱਲ ਹੈ। ਬਾਦਸ਼ਾਹ ਨੂੰ ਐਕਟਿੰਗ ਲੱਗ ਪਿਆ ਕਰਨ। ਉਸ ਆਖਿਆ ਵੀ ਜੇ ਚੰਦ ਸੈਕਿੰਡ 'ਚ ਮੈਨੂੰ ਪਾਣੀ ਨਾ ਲੱਭਾ ਤੇ ਮੈਂ ਮਰ ਜਾਣਾ, ਤੇ ਤੂੰ ਇਹ ਮੇਰੇ ਕੋਲ ਪੁੱਛਣ ਆਵੇਂ ਪਾਣੀ ਲੱਭ ਕੇ ਪਾਣੀ ਲਿਆ। ਉਸ ਆਖਿਆ ਵੀ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਮੈਂ ਪਾਣੀ ਲੈ ਆਵਾਂ। ਬਾਦਸ਼ਾਹ ਕਹਿੰਦਾ ਤੂੰ ਤੇਰੀ ਅਕਲ ਮਾਰੀ ਹੈ, ਮੈਂ ਮਰਦਾ ਪਿਆ, ਪਾਣੀ ਲਿਆ ਤੂੰ ਜਲਦੀ। ਉਹਨੇ ਕਿਹਾ ਜੀ ਠੀਕ। ਉਹਨੇ ਬਾਦਸ਼ਾਹ ਸਲਾਮਤ ਦੇ ਸਾਹਮਣੇ ਨਾ ਕਮਰੇ ਦੀ ਐਸਾ ਖਿੜਕੀ ਖੋਲੀ, ਹੱਥ ਬਾਹਰ ਕੱਢਿਆ, ਵਾਪਸ ਕੀਤਾ ਤੇ ਕਟੋਰਾ ਪਾਣੀ ਦਾ ਭਰਿਆ ਬਾਦਸ਼ਾਹ ਸਲਾਮਤ ਨੂੰ ਪੇਸ਼ ਕੀਤਾ। ਬਾਦਸ਼ਾਹ ਨੂੰ ਤਰੇ ਤੇ ਹੈ ਕੌਣ ਸੀ, ਬਾਦਸ਼ਾਹ ਬਾਰੇ ਨਾਟਕ ਕੀਤਾ, ਥੋੜਾ ਜਿਹਾ ਪਾਣੀ ਪੀਤਾ ਤੇ ਬਾਦਸ਼ਾਹ ਸਲਾਮਤ ਸੋਚਿਆ ਵੀ ਇਹ ਪਾਣੀ ਤੇ ਦਰਿਆ ਦਾ, ਤੇ ਦਰਿਆ ਤੋਂ 100 ਮੀਲ ਤੋਂ ਜ਼ਿਆਦਾ ਦੂਰ ਸੀ। ਬਾਦਸ਼ਾਹ ਦੇ ਤੇ ਹੱਥ ਪੈਰ ਕੰਬਣ ਲੱਗ ਪਏ। ਬਦਲ ਕੀ ਕਰਦਾ, ਬਾਦਸ਼ਾਹ ਪਾਣੀ ਪੀ ਕੇ ਤੇ ਸੌਂ ਗਿਆ। ਸੁਬਾਹ ਹੋਈ ਤੇ ਹਕੀਮ ਸਾਹਿਬ ਨੂੰ ਬੁਲਾਇਆ। ਉਹਨਾਂ ਕਿਹਾ ਵੀ ਜਲਦੀ ਹਕੀਮ ਸਾਹਿਬ ਨੂੰ ਬੁਲਾ ਲਓ। ਹਕੀਮ ਸਾਹਿਬ ਆ ਗਏ। ਉਹਨਾਂ ਹਕੀਮ ਸਾਹਿਬ ਗੱਲ ਇਹ ਵੇ ਕਿ ਉਹ ਜਿਹੜਾ ਇੱਥੋਂ ਦਰਿਆ ਦੂਰ ਹੈ ਨਾ 100 ਮੀਲ, ਉਹਦਾ ਉਸ ਔਰਤ ਮੈਨੂੰ ਪਾਣੀ ਰਾਤੀ ਪਿਆਇਆ ਤੇ 1 ਸੈਕਿੰਡ 'ਚ ਉਹਨੇ ਪਾਣੀ ਲੈਂਦਾ ਉੱਥੋਂ ਜਾ ਕੇ, ਰਹੀ ਮੇਰੇ ਸਾਹਮਣੇ ਹੀ। ਉਹਨੇ ਕਿਹਾ ਤੈਨੂੰ ਮੈਂ ਆਖਿਆ ਸੀ ਕਿ ਤੁਸੀਂ ਬਹੁਤ ਮੁਸ਼ਕਿਲ 'ਚ ਫਸ ਗਏ, ਤੂੰ ਮੰਨਦਾ ਨਹੀਂ ਸੀ। ਉਹਨੇ ਕਿਹਾ ਮੈਂ ਮੰਨ ਗਿਆ, ਹੁਣ ਮੇਰੀ ਜਾਨ ਛੁਡਾ ਉਸ ਤੋਂ। ਉਹਨੇ ਕਿਹਾ ਅੱਛਾ ਮੈਂ ਕੋਈ ਸੋਚਣਾ। ਹਕੀਮ ਸਾਹਿਬ ਦੂਸਰੇ ਦਿਨ ਆਏ। ਉਹਨਾਂ ਕਿਹਾ ਵੀ ਗੱਲ ਹੈ ਕਿ ਮੈਂ ਤੈਨੂੰ ਇੱਕ ਤਰੀਕਾ ਦੱਸਣਾ, ਉਹ ਤੂੰ ਤਰੀਕਾ ਕਰ ਤੇ ਇਹ ਤੋਂ ਜਾਨ ਛੁੱਟ ਜਾਏਗੀ। ਉਹਨਾਂ ਕਿਹਾ ਜੋ ਕਿ, ਉਹਨਾਂ ਕਿਹਾ ਵੀ ਇੱਕ ਨਵੀਂ ਕਸ਼ਤੀ ਤਿਆਰ ਕਰਾਉਣੀ ਹੈ, ਨਵੀਂ ਲੱਕੜੀ ਦੀ ਨਵੀਂ ਕਸ਼ਤੀ ਹੋਵੇ, ਉਹਦੇ 'ਤੇ ਕਦੀ ਕਿਸੇ ਬੰਦੇ ਨੇ ਸਫ਼ਰ ਨਾ ਕੀਤਾ ਹੋਵੇ। ਜਿਸ ਦਿਨ ਕਸ਼ਤੀ ਤਿਆਰ ਹੋ ਜਾਏ ਮੈਨੂੰ ਦੱਸੀ। ਹਾਂ ਜੀ ਠੀਕ ਹੈ। ਹਕੀਮ ਸਾਹਿਬ ਚਲੇ ਗਏ। ਜਿਸ ਦਿਨ ਕਸ਼ਤੀ ਤਿਆਰ ਹੋ ਗਈ, ਉਹਨੇ ਵਜ਼ੀਰ ਨੂੰ ਘੱਲਿਆ, ਜਾ ਹਕੀਮ ਸਾਹਿਬ ਨੂੰ ਬੁਲਾ ਲਿਆ। ਹਕੀਮ ਸਾਹਿਬ ਆਏ, ਬੇਗਮ ਨੂੰ ਵੀ ਬੁਲਾਇਆ, ਬਾਦਸ਼ਾਹ ਜੀ ਨੂੰ, ਤ੍ਰੈਵੇ ਬੈਠੇ ਹੋਏ। ਹਕੀਮ ਸਾਹਿਬ ਐਵੇਂ ਕਹਿੰਦੇ ਨੇ ਕਿ ਬਾਦਸ਼ਾਹ ਸਲਾਮਤ ਉਹ ਦਰਿਆ ਹੈ ਨਾ ਜਿਹੜਾ ਇੰਨੀ ਦੂਰ ਹੈ, ਉਹਦੀ ਸੈਰ ਕਰਨ ਜਾਣਾ, ਜਾਣਾ ਉਸੇ ਦਰਿਆ 'ਤੇ ਹੀ ਹੈ, ਅਤੇ ਅਸਾਂ ਤਰਾਵਾਂ ਹੀ ਜਾਣਾ, ਚੌਥਾ ਬੰਦਾ ਵੀ ਅਸੀਂ ਕਿਸੇ ਨਾਲ ਨਹੀਂ ਖੜਨਾ। ਬੇਗਮ ਉਹਦੀ ਕਹਿੰਦੀ ਹੈ ਮਲਕਾ ਵੀ ਠੀਕ ਹੈ ਚਲੇ ਚੱਲਾਂਦੇ। ਬਾਦਸ਼ਾਹ ਕਹਿੰਦੇ ਠੀਕ ਹੈ ਕੋਈ ਗੱਲ ਨਹੀਂ, ਟੁਰ ਚੱਲਾਂਦੇ। ਲੋ ਜਨਾਬ, ਉਹਨਾਂ ਨੇ ਸਿਪਾਹੀਆਂ ਨੇ ਉੱਥੇ ਕਸ਼ਤੀ ਪਹੁੰਚਾਈ। ਇਹ ਜਨਾਬ ਘੋੜਿਆਂ 'ਤੇ ਤ੍ਰੈਵੇ ਟੁਰ ਗਏ। ਉੱਥੇ ਦਿਨ ਮੁਕੱਰਰ ਸੀ ਕਿ ਫਲਾਣੇ ਦਿਨ ਅਸੀਂ ਉੱਥੇ ਕਸ਼ਤੀ 'ਤੇ ਜਾਣਾ। ਦਰਿਆ ਦੇ ਕੰਢੇ 'ਤੇ ਪਹੁੰਚੇ, ਘੋੜੇ ਉੱਥੇ ਬੰਨੇ, ਇਹ ਤ੍ਰੈਵੇ ਹੁਣ ਕਸ਼ਤੀ ਦੇ ਵਿੱਚ ਸਵਾਰ ਹੋ ਗਏ। ਹਕੀਮ ਸਾਹਿਬ ਵੀ, ਬਾਦਸ਼ਾਹ ਵੀ ਤੇ ਬਾਦਸ਼ਾਹ ਦੀ ਮਲਕਾ ਵੀ। ਹੁਣ ਵਿੱਚ ਦਰਿਆ ਦੇ ਸੈਰ ਕਰਦੇ ਰਹੇ, ਕਦੀ ਇੱਧਰ ਕਦੀ ਉੱਧਰ। ਹੌਲੀ ਹੌਲੀ ਕਸ਼ਤੀ ਜਿਹੜੀ ਹੈ ਨਾ, ਉਹ ਹਕੀਮ ਸਾਹਿਬ ਦਰਿਆ ਦੇ ਦਰਮਿਆਨ 'ਚ ਲੈ ਗਏ। ਜਿਸ ਦਰਮਿਆਨ 'ਚ ਕਸ਼ਤੀ ਪਹੁੰਚ ਗਈ ਤਾਂ ਹਕੀਮ ਸਾਹਿਬ ਕਹਿੰਦੇ ਬਾਦਸ਼ਾਹ ਨੂੰ ਕਿ ਯਾਰ ਇੱਥੋਂ ਦਰਿਆ ਕਿੰਨਾ ਡੂੰਘਾ ਹੋਵੇਗਾ। ਬਾਦਸ਼ਾਹ ਕਹਿੰਦਾ ਮੈਨੂੰ ਕੀ ਪਤਾ ਕਿੰਨਾ ਡੂੰਘਾ ਹੋਣਾ, ਮੈਂ ਤਾਂ ਕਦੀ ਪਾਣੀ 'ਚ ਵੜਿਆ ਹੀ ਨਹੀਂ। ਅੱਛਾ, ਫਿਰ ਚੁੱਪ ਕਰ ਗਏ। ਥੋੜ੍ਹੇ ਜਿਹੇ ਅੱਗੇ ਗਏ ਤਾਂ ਹਕੀਮ ਫਿਰ ਇਹ ਗੱਲ ਦੁਹਰਾਈ ਕਿ ਬਾਦਸ਼ਾਹ ਸਲਾਮਤ ਇੱਥੋਂ ਦਰਿਆ ਕਿੰਨਾ ਡੂੰਘਾ ਹੋਵੇਗਾ। ਉਹ ਬਾਦਸ਼ਾਹ ਕਹਿੰਦਾ ਹਕੀਮ ਸਾਹਿਬ ਮੈਨੂੰ ਕੀ ਪਤਾ, ਮੈਂ ਕਦੀ ਪਾਣੀ 'ਚ ਨਹੀਂ ਵੜਿਆ। ਇੰਨੀ ਦੇਰ ਨੂੰ ਮਲਕਾ ਬੋਲ ਪਈ। ਉਹਨਾਂ ਨੇ ਜੇ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਹੁਣੇ ਤੁਹਾਨੂੰ ਦੱਸਦੀ ਹਾਂ ਵੀ ਕਿੰਨਾ ਡੂੰਘਾ। ਕਿਉਂਕਿ ਜਿਸ ਬੰਦੇ ਦੇ ਵਿੱਚ ਕੁਝ ਹੋਵੇ ਨਾ, ਉਹ ਆਪਣਾ ਆਪ ਵਹਾਣੂ ਨਹੀਂ ਰਹਿੰਦਾ। ਜ਼ਾਹਿਰ ਹੈ ਉਹ ਹੋਰ ਸ਼ੈ ਸੀ, ਉਹਦੇ ਅੰਦਰ ਇਹ ਗੱਲ ਪਤਾ ਸੀ ਮੈਂ ਪਤਾ ਕਰ ਸਕਦੀ ਹਾਂ, ਨਾ ਰਹਿ ਸਕੀ, ਗਲਤੀ ਕਰ ਲਈ ਉਹਨੇ। ਹਕੀਮ ਸਾਹਿਬ ਆਖਿਆ ਵੀ ਠੀਕ ਹੈ ਤੂੰ ਦੱਸ ਦੇ। ਉਸੇ ਕਿ ਮੇਰੀ ਕੀ ਸ਼ਰਤ ਹੈ, ਮੈਨੂੰ ਪਾਣੀ 'ਚ ਜਾਣਾ ਪੈਣਾ, ਮੈਂ ਛਾਲ ਮਾਰਾਂਗੀ, ਪਾਣੀ 'ਚ ਗੋਤਾ ਲਾਵਾਂਗੀ ਤੇ ਬਾਹਰ ਮੈਂ ਤਾਂ ਆਉਣਾ ਜੇ ਮੈਂ ਆਪਣੀ ਉਂਗਲ ਬਾਹਰ ਕੱਢਾਂਗੀ ਇਸ ਤਰ੍ਹਾਂ ਪਾਣੀ ਤੋਂ, ਸਿਰਫ ਮੇਰੀ ਉਂਗਲੀ ਬਾਹਰ ਆਵੇਗੀ, ਤੁਸੀਂ ਮੇਰੀ ਉਂਗਲੀ ਨੂੰ ਇਸ ਤਰ੍ਹਾਂ ਕਰਕੇ ਫੜਨਾ, ਟੱਚ ਕਰਨਾ ਤੇ ਮੈਂ ਬਾਹਰ ਆ ਜਾਵਾਂਗੀ।
ਹਕੀਮ ਸਾਹਿਬ ਨੂੰ ਪਤਾ ਸੀ ਸਾਰੀ ਗੱਲ ਦਾ। ਉਸ ਆਖਿਆ ਮਸਲਾ ਹੀ ਕੋਈ ਨਹੀਂ, ਤੁਸੀਂ ਪਤਾ ਕਰਕੇ ਆਓ। ਲਓ ਜੀ, ਮਲਕਾ ਨੇ ਉੱਠੇ ਤੇ ਮਲਕਾ ਕੱਪੜਿਆਂ ਸਮੇਤ ਮਾਰੀ ਛਾਲ ਪਾਣੀ ਦੇ ਵਿੱਚ। ਇਹ 2 ਹੀ ਸੈਕਿੰਡ ਗੁਜ਼ਰੇ ਤੇ ਮਲਕਾ ਨੇ ਆਪਣੀ ਉਂਗਲੀ ਬਾਹਰ ਕੱਢੀ ਪਾਣੀ ਤੋਂ। ਹਕੀਮ ਸਾਹਿਬ ਤਿਆਰ ਸਨ। ਹਕੀਮ ਸਾਹਿਬ ਇੱਕ ਚਾਕੂ ਲਿਆ, ਉਹ ਉਂਗਲ ਦੇ ਉੱਤੇ ਜ਼ਰਬ ਦਾ ਨਿਸ਼ਾਨ ਲਾਇਆ, ਕੱਟ ਲਾਇਆ, ਖੂਨ ਬਾਹਰ ਨਿਕਲਿਆ। ਇੱਕ ਡੱਬੀ ਖੋਲੀ, ਉਹ 'ਚ ਪਾਊਡਰ ਕੱਢਿਆ ਤੇ ਉਹਦੇ ਉੱਤੇ ਧੂੜ ਦਿੱਤਾ। ਉਹ ਪਾਊਡਰ ਧੂੜਨ ਦੀ ਦੇਰ ਹੋਈ ਜਨਾਬ ਕਿ ਉਹ ਉਂਗਲੀ ਆਹਿਸਤਾ ਆਹਿਸਤਾ ਪੱਥਰ ਦੀ ਬਣਨ ਲੱਗ ਗਈ। ਆਹਿਸਤਾ ਆਹਿਸਤਾ ਹੌਲੀ ਹੌਲੀ ਉਹ ਪੂਰੀ ਔਰਤ ਪੱਥਰ ਦੀ ਬਣ ਗਈ। ਉਹ ਮੁਜੱਸਮਾ ਬਣ ਗਿਆ। ਬਾਦਸ਼ਾਹ ਸਲਾਮਤ ਦੀ ਜਾਨ ਗਈ ਛੁੱਟ। ਮੈਂ ਸੁਣਿਆ ਇਹ ਕਿਸੇ ਕਿਤਾਬ 'ਚ ਨਾ ਮੈਂ ਵਾਕਿਆ ਪੜ੍ਹਿਆ ਸੀ ਕਿ ਉਹ ਮੁਜੱਸਮਾ, ਇਹ ਗੱਲ ਵੀ ਹਕੀਕਤ ਹੈ, ਔਰ ਉਹ ਮੁਜੱਸਮਾ ਅੱਜ ਵੀ ਪਤਾ ਨਹੀਂ ਕਿਹੜੇ ਮੁਲਕ 'ਚ 2 ਦਰਿਆਵਾਂ ਦੇ ਵਿਚਕਾਰ ਉਹ ਮੁਜੱਸਮਾ ਮੌਜੂਦ ਹੈ। ਬਾਕੀ ਵੱਲਾ ਆਲਮ। ਅੱਲਾ ਹਾਫਿਜ਼।